एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਬਲਜੀਤ ਕੌਰ ਜੀ ਕੁਝ ਸਮੇਂ ਪਹਿਲਾਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਯਾਦ ਵਿੱਚ ਉਹਨਾਂ ਦਾ ਚੌਥਾ ਬਰਸੀ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਜਿਨ੍ਹਾਂ ਵਿੱਚ ਸਰਦਾਰ ਸੁਰਿੰਦਰ ਸਿੰਘ, ਸਰਦਾਰਨੀ ਮਨਪ੍ਰੀਤ ਕੌਰ, ਗੁਰਿੰਦਰ ਕੌਰ, ਕਮਲਜੀਤ ਸਿੰਘ, ਰਾਜਕੁਮਾਰ, ਜਗਪਰਮਪ੍ਰੀਤ ਸਿੰਘ, ਗੁਰਮੀਤ ਕੌਰ, ਸੁਰਪ੍ਰੀਤ ਕੌਰ, ਮੋਹਨਜੀਤ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਮੁਹੱਲਾ ਕਟੜਾ ਕਲਾਨੌਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਬਲਜੀਤ ਕੌਰ ਜੀ ਦਾ ਜਨਮ ਪਿਤਾ ਸਰਦਾਰ ਸੰਪੂਰਨ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਦਲੀਪ ਕੌਰ ਹੁਣਾਂ ਦੀ ਕੁੱਖੋਂ ਅਲਾਵਲਪੁਰ ਵਿਖੇ ਸਨ 1943 ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ 5 ਭਰਾਵਾਂ ਅਤੇ 3 ਭੈਣਾਂ ਵਿੱਚੋਂ ਸਭ ਤੋਂ ਛੋਟੇ ਸਨ, ਜਿਸ ਕਰਕੇ ਆਪ ਜੀ ਪਰਿਵਾਰ ਦੇ ਬਹੁਤ ਲਾਡਲੇ ਸਨ। ਆਪ ਜੀ ਬਚਪਨ ਤੋਂ ਹੀ ਸਮਾਜ ਸੇਵਾ ਨਾਲ ਜੁੜੇ ਹੋਏ ਸਨ। ਆਪ ਜੀ ਦਾ ਵਿਆਹ ਸਨ 1959 ਵਿੱਚ ਟਰਾਂਸਪੋਰਟਰ ਅਤੇ ਪੰਚਾਇਤ ਮੈਂਬਰ ਸਰਦਾਰ ਜਸਵੰਤ ਸਿੰਘ ਕਾਹਲੋਂ ਹੁਣਾਂ ਨਾਲ ਕਲਾਨੌਰ ਵਿਖੇ ਹੋਇਆ। ਆਪ ਜੀ ਦੇ ਘਰ 2 ਪੁੱਤਰਾਂ ਪਰਮਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਅਤੇ 2 ਪੁੱਤਰੀਆਂ ਹਰਜਿੰਦਰ ਕੌਰ ਅਤੇ ਗੁਰਿੰਦਰ ਕੌਰ ਨੇ ਜਨਮ ਲਿਆ। ਸਰਦਾਰਨੀ ਬਲਜੀਤ ਕੌਰ ਜੀ ਹਰ ਇੱਕ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਸਨ। ਆਪ ਜੀ ਨੇ ਇੱਕ ਬੇਟੇ ਸ਼੍ਰੀ ਰਾਜਕੁਮਾਰ ਜੀ ਨੂੰ ਗੋਦ ਵੀ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੇ ਬੇਟੇ ਸੁਰਿੰਦਰ ਸਿੰਘ ਜੀ ਅੱਜ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾ ਰਹੇ ਹਨ। ਸਰਦਾਰਨੀ ਬਲਜੀਤ ਕੌਰ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਪ ਜੀ ਦੇ ਬੇਟੇ ਸਰਦਾਰ ਪਰਮਿੰਦਰ ਸਿੰਘ ਜੀ 15 ਨਵੰਬਰ 1990 ਨੂੰ ਪੰਜਾਬ ਪੁਲਿਸ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਪਰ ਫਿਰ ਵੀ ਮਾਤਾ ਜੀ ਨੇ ਵੱਡਾ ਹੌਸਲਾ ਕੀਤਾ ਅਤੇ ਹਿੰਮਤ ਨਾ ਹਾਰੀ। ਮਾਤਾ ਜੀ ਨੂੰ ਉਸ ਸਮੇਂ ਹੋਰ ਸਦਮਾ ਲੱਗਾ ਜਦੋਂ ਆਪ ਜੀ ਦੀ ਬੇਟੀ ਰਜਿੰਦਰ ਕੌਰ ਵੀ ਆਪ ਜੀ ਨੂੰ ਵਿਛੋੜਾ ਦੇ ਗਏ। ਸਰਦਾਰਨੀ ਬਲਜੀਤ ਕੌਰ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਸਾਰੇ ਚੰਗੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਮਾਤਾ ਜੀ ਦੇ ਪੋਤਰੇ ਸਰਦਾਰ ਜਗਪਰਮਪ੍ਰੀਤ ਸਿੰਘ ਜੀ ਉਰਫ ਪੰਪਾ ਜੀ ਉੱਗੇ ਕਲਾਕਾਰ ਹਨ ਅਤੇ ਉੱਗੇ ਰਾਈਟਰ ਹਨ, ਜੋ ਹਰ ਇੱਕ ਇਵੈਂਟ ਤੇ ਸੌਂਗ ਤਿਆਰ ਕਰਦੇ ਹਨ ਅਤੇ ਸਰੋਤਿਆਂ ਦੀ ਝੋਲੀ ਪਾਉਂਦੇ ਹਨ। पंपन के पथ दियो
फुलड़ा नाटिगणे चार पबन के पत जो ढल टुल झूमण हार संग माला प्यारिया जा जो बन होना दिन थोड़े तके प्यार पुराना जोड़ा सज्जन में रंग ले जाए तो तेजीला पीवन्ना डूमणी रोआ खिली बार। सब संतान बहुत इस कारणात हजूर गरीबनाथ सतगुरु साहिब श्री कृष्ण साहिब चरणा प्यारे हो बैठे हो। पवित्र बाणी का शब्द कीर्तन चल रहा है। शब्द पहली पातशाही जगत गुरु नानक पातशाह रत्ना उचारिया हुआ है। चाहे पहली पातशाही धन गुरु नानक पातशाही महाराज उसने शब्द बख्शी कर रहे हैं कि जिस वेले समा बनया कुदरत कमल कहाँ बचा वार ना जावा एक बार जो तुद भावै साई भली कार तू सदा सलामत चाहे पहली पातशाह जगत गुरु नानक पातशाही महाराज दुनिया नूं तारदे दुनिया के उधार वास्ते प्यारो संसार उत्ते एक मनुख जामा धार करके प्यारो आए ने पर उन्होंने नाल जिवें सदगुरु जी कहते कल कीर्तन नाम आधार है। काल युग में कीर्तन प्रधाना कीर्तन नमोल हीरा आनंद गुणी गहीरा। गुरु के कीर्तन की प्यारो पहल दी है। कल युग में कीर्तन प्रधाना कल युग में कीर्तन की प्रधानगी साथी रखे नाल भाई मरदाना जी ਜਿਹੜਾ ਭਾਈ ਮਰਦਾਨਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਨਾਲੋਂ ਉਮਰੋਂ ਵੀ 10 ਸਾਲ ਵੱਡੇ ਸਨ। ਸਾਖਰ ਇੰਨੀ ਸੰਗਤ ਸਤਿਗੁਰਾਂ ਦੀ ਕੀਤੀ ਹੈ ਕਿ 54 ਸਾਲ ਭਾਈ ਮਰਦਾਨਾ ਜੀ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਹੈ। ਭਾਈ 54 ਸਾਲ ਸੰਗਤ ਕਰਨ ਤੋਂ ਬਾਅਦ ਫਿਰ ਸਮਾਂ जिला कुदरत ने लिखा होया कि पहले मरण कबूल जीवन की शद आस मरनल खाए मंडल में आए जो अटल है मरना सच्चे से जीवना झूठ है। वो समा आ गया। भाई मरदाना जी हजूर के कोल बैठे हुए ने महापुर कहते बैठिया बैठिया ही भाई मरदाना जी उपर चादर लैके भुए जमीन के उत्ते लम्मे पए ने। साहबा ने बड़े प्यार में आख्या मरदाना जी उठो कीर्तन करो बाणी आई है जैसी में आवा खसम की बाणी तैसड़ा करी ज्ञान आगा। मरदाना उठ के रबाब से हथ रखो। गुरु की कीर्तन की तुहाडी ड्यूटी परमेश्वर अकाल पुरखों लगी हुई है। उन्होंने निभाओ कि वो साडा आहार है साडी खुराक है। प्यारे वेखो धन गुरु नानक पातशाही महाराज बचन करते हैं। भाई मरदाना ने बचन किया सतगुरु ठीक है आपका हुक्म आ रहा है कीर्तन की ड्यूटी करनी है पर इस वे मेरी सेहत कहीं मंदी नहीं सेहत ढिली हो चुकी है। साहब मरदाना की गल हुई है। आख्या पातशाह आप तो समर्थ हो मैं अपनी बुद्धि अनुसार आप जी ने बचन कर रहा कि मैनू इस तरह जापदा बुखार होया। जो क्या बुखार है तो साहब कहने मरदाना जी बुखार नहीं हो गया मरदाना इस तरह जापदा तेरा समा ही आ गया तेरा समा आ गया। आख्या पातशाह ये भी आप जानते हो मैं जी की कह सकना। सतगुरां ने भाई मरदाना जी बांह फड़ी हुई है हाथ में बांह फड़ के बचन किया मरदाना समा आखिरी है इस समय तो तू दस स्वासे पूरे हो जाने ने हो चले ने पर ये को तेरी आखिरी ख्वाहिश की पुछते ने कि मरदाना स्वासे होने तो पूरे बाद तेरे नाम का कोई गुरुद्वारा तैयार करवा दीजिए
ਜਾਂ ਤੇਰੇ ਨਾਂ ਦਾ ਇੱਕ ਮੰਦਰ ਮਸੀਹ ਮਸਜਿਦ ਤਿਆਰ ਕਰਵਾ ਦੇਵਾਂ। ਭਾਈ ਮਰਦਾਨਾ ਜੀ ਨੇ ਆਖਿਆ ਸਤਿਗੁਰੂ ਠੀਕ ਹੈ, ਤੁਸੀਂ ਸਭ ਕੁਝ ਸਮਰੱਥ ਹੋ, ਕਰ ਸਕਦੇ ਹੋ, ਤੇ ਮੇਰੀ ਬੇਨਤੀ ਮਨਜ਼ੂਰ ਕਰਿਓ ਕਿ ਮੈਂ ਲੰਮੇ ਸਮੇਂ ਤੋਂ ਤੁਹਾਡਾ ਦਰਸ਼ਨ ਤੁਹਾਡੇ ਸੰਗਤ ਕੀਤੀ ਹੈ ਤੇ ਅਕਾਲ ਪੁਰਖ ਪਰਮੇਸ਼ਰ ਦਾ ਦਰਸ਼ਨ ਕੀਤਾ ਹੈ। ਜਗ ਜੀ ਜੋ ਹਾਜ਼ਰਾ ਹਜ਼ੂਰ ਨਿਰੰਕਾਰ ਦੇ ਨਾਲ ਸਮਾਂ ਕੱਢਿਆ। ਅੱਜ ਮੇਰੇ ਮਨ ਦੀ ਖਾਸ਼ ਹੈ, ਤੁਸੀਂ ਪੁੱਛਦੇ ਹੋ ਪਰ ਸਤਿਗੁਰੂ ਹੁਣ ਮੈਨੂੰ ਕਿਸੇ ਗੁਰਦੁਆਰਾ ਸਾਹਿਬ ਦੀ ਲੋੜ ਨਹੀਂ, ਮੇਰੇ ਨਾਂ ਦਾ ਗੁਰਦੁਆਰਾ ਤਿਆਰ ਹੋਵੇ, ਜਾਂ ਆਪ ਜੀ ਕਹਿ ਰਹੇ ਹੋ ਕਿ ਤੇਰੇ ਨਾਂ ਦਾ ਕੋਈ ਮੰਦਰ ਮਸਜਿਦ ਤਿਆਰ ਕਰਵਾ ਦੇਵਾਂ, ਇਹਨਾਂ ਚੀਜ਼ਾਂ ਦੀ ਮੈਨੂੰ ਲੋੜ ਨਹੀਂ। ਹਾਂ ਕਿਰਪਾ ਕਰਿਓ ਮੇਰੇ ਉੱਤੇ, ਸਵਾਸੇ ਪੂਰੇ ਹੋ ਜਾਣ। ਸਵਾਸੇ ਪੂਰੇ ਹੋਣ ਤੋਂ ਬਾਅਦ ਜਿਵੇਂ ਅੱਜ ਮੈਂ ਤੁਹਾਡੇ ਚਰਨਾਂ 'ਚ ਬੈਠਾ ਹੋਇਆ, ਜਿਵੇਂ ਅੱਜ ਤੁਹਾਡੇ ਚਰਨਾਂ ਨੇ ਇੰਨਾ ਲੰਮਾ ਸਮਾਂ ਗੁਜ਼ਾਰਨ ਕੀਤਾ ਹੈ, ਬੇਨਤੀ ਕਰਾਂਗਾ ਸਤਿਗੁਰੂ ਸਵਾਸੇ ਹੋਣੇ ਪੂਰੇ ਹੋਣ ਤੋਂ ਬਾਅਦ ਵੀ ਮੈਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ, ਮੈਨੂੰ ਆਪਣੀ ਸੰਗਤ ਵਿੱਚ ਨਿਵਾਸ ਬਖਸ਼ਿਓ। ਸਤਿਗੁਰੂ ਨੇ ਆਖਿਆ ਵਾਹ ਮਰਦਾਨਿਆਂ, ਅੱਜ ਵੀ ਸਾਧ ਸੰਗੀ ਉਹ ਮਿਸਾਲ ਬਣੀ ਹੋਈ ਹੈ। ਮੌਤ ਅਟਲ, ਕਦੋਂ ਵੀ ਕਿਸੇ ਘਰ ਪਰਿਵਾਰਾਂ ਸੁੱਖਾਂ ਦੁੱਖਾਂ ਦਾ ਸਮਾਂ ਆਉਂਦਾ ਹੈ, ਜਦੋਂ ਵੀ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਉਹ ਤੋਂ ਬਾਅਦ ਸੱਜਣ ਮਿੱਤਰ ਰਿਸ਼ਤੇਦਾਰ ਜਿੰਨਾ ਜਿੰਨਾ ਕਿਸੇ ਦਾ ਮੋਹ ਪਿਆਰ ਹੁੰਦਾ, ਪਰ ਦੁੱਖ ਸਾਂਝਾ ਕਰਨ ਵਾਸਤੇ ਆਉਂਦੇ ਨੇ, ਬੈਠ ਜਾਂਦੇ ਨੇ 10 ਮਿੰਟ ਬਵੇ, ਅੱਧਾ ਘੰਟਾ ਘੰਟਾ ਪੌਣਾ ਘੰਟਾ ਜਿੰਨਾ ਵੀ ਕਿਸੇ ਕੋ ਹੋਵੇ ਬਹਿੰਦੇ ਨੇ ਭਾਈ। ਉਸ ਤੋਂ ਬਾਅਦ ਫਿਰ ਕੀ ਕਹਿੰਦੇ ਨੇ, ਤੁਰਨ ਲੱਗੇ ਇਹ ਗੱਲ ਕਹਿੰਦੇ ਨੇ ਭਾਈ ਇਹ ਜਿਹੜਾ ਤੁਰ ਦਾ ਭਾਣਾ ਹੈ ਹੋ ਕੀ ਰਹਿਣਾ ਸਾਹਿਬ ਇਸੇ ਤਰ੍ਹਾਂ ਲਿਖਿਆ ਹੋਵੇਗਾ, ਪਰ ਇਹ ਜ਼ਰੂਰ ਸਾਰ ਕਹਿੰਦੇ ਨੇ ਕਿ ਅਰਦਾਸ ਕਰੋ ਕਿ ਸਤਿਗੁਰੂ ਵਿਛੜੀ ਚਲੋ ਵੇਖੋ ਅਰਦਾਸ ਕਰਨੀ ਹੈ, ਸਤਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਣਾ, ਆਪਣੀ ਸੰਗਤ ਵਿੱਚ ਨਿਵਾਸ ਬਖਸ਼ਣਾ। ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ, ਸਮਾਂ ਵੇਖਦਿਆਂ ਉਹਦੇ ਹਜ਼ੂਰ ਦੇ ਹੱਥ ਵਿੱਚ ਬਾਂਹ ਫੜੀ ਹੋਈ ਭਾਈ ਮਰਦਾਨਾ ਜੀ ਦੀ। ਭਾਈ ਮਰਦਾਨਾ ਜੀ ਦੇ ਸਵਾਸੇ ਪੂਰੇ ਹੋਏ, ਹਜ਼ੂਰ ਨੇ ਆਪਣੇ ਗੋਦ ਵਿੱਚ ਪਿਆਰੋ ਭਾਈ ਮਰਦਾਨਾ ਸੀਸ ਰੱਖਿਆ। ਸੀਸ ਰੱਖ ਕੇ ਭਾਈ ਮਰਦਾਨਾ ਆਪਣੇ ਸਾਫੇ ਨਾਲ ਹਜ਼ੂਰ ਜੀ ਦਾ ਮੁਖੜਾ ਸਾਫ਼ ਕਰਦੇ ਨੇ। ਸਾਡੇ ਡਿੱਗੇ ਹੋਏ ਡੋਲਿਆ ਹੋਇਆ ਮਨਾਂ ਨੂੰ ਧਾਜ ਦਿੰਦੇ ਹੋਏ ਸ਼ਬਦ ਉਚਾਰਨ ਕੀਤਾ ਕਿ ਆ ਦੁਨੀਆ ਦੇ ਲੋਕੋ ਵੇਖੋ, ਇਹ ਜਿਹੜਾ ਕੁਦਰਤ ਦਾ ਨਿਮਨ ਬਣਿਆ ਹੋਇਆ ਇਹਨੂੰ ਅਸੀਂ ਵੀ ਟਾਲ ਨਹੀਂ ਸਕੇ। ਬਿਲਕੁਲ ਸਤਿਗੁਰੂ ਉਸ ਵੇਲੇ ਮੁੱਖ ਰੱਖ ਕੇ ਸ਼ਬਦ ਉਚਾਰਨ ਕਰਦੇ ਨੇ ਜੋ ਆਪ ਜੀ ਸਰਵਣ ਕਰਦੇ ਹੋ। ਸਭ ਦੀ ਕਿਰਪਾ ਕਰੇ ਸਣ ਪਾਈ। ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਣਾ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਣਾ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਣਾ।
धन जो बन यार फुलड़ा नाटिया ने दिन चारा धन जो बन यार फुलड़ा नाटिया ने दिन चारा पंपन के पद दियो तार तुल जो मनहारा पंपन के पद दियो तार तुल जो मनहारा सज्जन मेरे रंगले जाए तो तेरी लाड़ सज्जन मेरे रंगले जाए तो तेरी लाड़ सज्जन मेरे रंगले जाए सुते दीदार सज्जन मेरे रंगले जाए सुते दीदार धन जो बड़ा फुलड़ा नाटियने जचारा पपन के पात्र जो ढाल टोल झुमन हार दाग माल प्यारा जा जो बनौला दिन थोड़े तके प्या पुराना चोला सज्जन मेरे रंगले जाए सुते जीरान हाँ पीवन्या डूमणी रोवा तीवार धन गुरु नानक पातशाह महाराज बचन कर रहे ने ए दुनिया के लोगों वेखो जिस भाई मरदाना ने सारी जिंदगी का बहुत है साढ़े नाल कढ़िया अज मौत का समा आया असीं उन्हें रोक नहीं सकते सज्जन मेरे रंगले जाए सुते जीरान जीरान कहते ने मड़िया जाए सुते जीरान हाँ पी मनिया डूमनी रोवा झीणी बार झीणी कहते निकी निकी आवाज च रोना भाई जी कह रहे हैं कि कोई दुनिया का बंदा ये गल नहीं कह सकता कि इस मौत ने साडे घर में फेरा नहीं पाया जां साडे घर में नहीं आवेगी मौत हर एक घर में आई है बाबा फरीद जी कहते मैं जानिया दुख मुझको दुख सवाया जग उच्चे चढ़ के वेख्या तां घर घर अग घर घर विच मौत दा सुनया आया और घर घर विचों प्यारिओ साहब कहते जो जो दीसे सो सो रोगी रोग रात मेरा सतगुरु जोगी शब्द की पंक्ति अगली साहब फिर कह रहे पाए कीना सोने ही गोरिए अपने कलनी सोए कीना सोने ही गोरिए अपने कलनी सोए
सजन मेरे रंगले जाए सुनते जीरान सजन मेरे रंगले जाए सुनते जीरान नानक सूती सैया जानवरोती सरना नानक सूती सैया जानवरोती सरना नानक सूती सैया जानवरों की सरना नानक सोती पैया जानवरों की सरना गुण गोआई गठड़ी अब गुण चली बनना सजन मेरे रंगले जाए सुनते जीरान सजन मेरे रंगले जाए इस समय की ब्रह्म ज्ञानी अवस्था सिमरन कली पवित्र आत्मा जिस वो ब्रह्म ज्ञानी ने जिंदगी का बहुता हिस्सा गुरु नानक के घर में कढ़िया और गुरु नानक के घर में रह के सेवा की 125 साल एक बुजुर्ग बाबा ब्रह्म ज्ञानी संसार में भोगन वा उम्र नो 125 सालों में ते प्यारो जिदे 125 सालों दे विचों इस बाबा जी दे 113 साल 113 साल इस ब्रह्म ज्ञानी ने गुरु नानक घर की सिक्खी का प्रचार किया करके आखो सतनाम श्री वाहिगुरू। प्यारो सुनो ब्रह्म ज्ञानी का सगल आकार ब्रह्म ज्ञानी आम निरंकार या कह लो ब्रह्म ज्ञानी सब सृष्टि का करता ब्रह्म ज्ञानी सब जीवे नहीं मरता। 125 साल गुरु नानक घर में रह के गुरु नानक घर की सिक्खी का प्रचार करने वाले ब्रह्म ज्ञानी ये सब तो पहला पवित्र धरती अमृतसर सिफती का कार अमृतसर सज को सतवादी जित नाते कौआ हो है वो पवित्र स्थान की सेवा हथाना भी सेवा की और ये रसना नाल बाणी पढ़ी उस इस रसना नाल बाणी पढ़ी
इस रसना ने प्रचार किया गुरु नानक घर की सिक्खी का 113 साल, पर अज साल से 125 साल की उम्र हो गई, फिर समा आ गया। समा आया, मंजे तो लंबे पे हुए ने, मंजे तो लंबे पे ने ते रसना ते बाणी चल रही है। मैं बेनती की है, ये वो ब्रह्म ज्ञानी जिस ब्रह्म ज्ञानी ने सब तो पहला सचखंड श्री हरमंदर साहब की हैड ग्रंथी साहब की ड्यूटी निभाई है। गुरु नानक घर की सिक्खी का प्रचार ते गुरु नानक घर में पवित्र धरती सचखंड श्री हरमंदर साहब जो हैड ग्रंथी साहब की ड्यूटी सेवा पहले हैड ग्रंथी। रोम रोम चो बाणी की आवाज आनी, अज भी भावे 125 साल की उम्र हो गई है, मंजे ते पे हुए ने, अज भी रसना की बाणी चल रही है, अज भी आवाज आ रही है। की कह रहे हैं, साडे डिगे हुए डोले हुए मना नूं जिस बाणी का आसरा लैके जिस बाणी का प्रचार करने, उस बाणी को अज भी संगत विचार के करके कह रहे किन पाए साधो रचना राम बनाए, साधो रचना राम बनाए, साधो रचना राम बनाए, साधो रचना राम बनाए। एक बिन से अस शेर माना, एक बिन से अस शेर माना, चल लग्यो ना जाए, साधो रचना राम बनाए, साधो रचना राम बनाए। बचन चलिया हजूर गरीब नवाज जी बख्शे पवित्र आत्मा पवित्र धरती नमजाज जी मंजे ते बराजे ने, नेत्र खोलते ने, बंद कर लेंदे ने, बुल फड़कते ने। गुरु के प्यार वाले बाबा जी ने प्यार से जुड़े हुए, गुरु के प्यार ने वचन किया, बाबा जी नेत्र बंद कर लेंदे हो, खोल लेंदे हो, बुल फड़कते ने, को वचन करना है, क्या वचन करो। ते बाबा जी कहते भाई प्यारे वचन करना, किहड़ा वचन करना, सच वचन ये है कि जो कुदरत वालों दिती हुई स्वासा पूंजी रास सी वो खत्म हो रही है। परमेश्वर और आकार पुरखों दिते हुए स्वास वो पूरे हो रहे ने, समा आ गया। संगतां ने वचन किया, बाबा जी ठीक है वो समा आ गया, ते को आखिरी खाश होगी आप जी को, आपके अंदर को आखिरी खाश, ते संगतां ने बेनती की थी वो आखिरी खाश, ते बाबा जी कहते हैं भाई आखिरी खाश फिर बाणी उचारते हैं, स्वासे पूरे हो रहे हैं, फिर पंक्ति रसना तो उचारते हैं बाणी की कह रहे हैं, अंत समय जो नारायण सिमर, अंत समय जो नारायण सिमर, ऐसी चिंता महज मर, बदल त्रोचन ते नर मुक्ता पीतंबर वाक्य दे वाह बाबा जी। आखिरी समय खास, हाँ केड़ी खास जी, आखिरी समय ये खास है कि गुरु नानक की गद्दी के मालक
ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਹੈ, ਸਮੇਂ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਕਰਾ ਮਨ ਤੇ ਖਾਸ਼ ਹੈ। ਸੰਗਤਾਂ ਨੇ ਬੜੇ ਪਿਆਰ ਨਾਲ ਬਚਨ ਕੀਤਾ ਬਾਬਾ ਜੀ ਇਹ ਜੇ ਤੁਹਾਡੇ ਮਨ ਦੀ ਖਾਸ਼ ਹੈ ਕੋਈ ਬਾਤ ਨਹੀਂ। ਇਸ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਹੜੀ ਸੰਗਤ ਦਾ ਉਧਾਰ ਕਰਦੇ ਨੇ, ਕਿਹੜੀ ਦੁਨੀਆ ਦਾ ਉਧਾਰ ਕਰਦੇ ਹਨ, ਕਿੱਥੇ ਉਹਨਾਂ ਦਾ ਅਸਰ ਲੱਗਾ ਹੋਏਗਾ। ਸਿੱਖ ਨੂੰ ਭੇਜ ਦਿੰਦੇ ਆ ਆਜ ਨੂੰ ਆ ਕੇ ਦਰਸ਼ਨ ਦੇਣ। ਗੱਲ ਸੁਣੋ। साधो रचना राम बनाई एक बिन से गया दरबार चल जल के हो ना जाए काम करो तमो बस प्राणी हर मुहूर्त बिसराए झूठा तन साचा कर मानियो झूठा तन साचा कर मानियो जो सुपना रहनाए ज्योति से सो सगल विनाश ज्योति से सो सगल विनाश क्यों बादल की जाए धन नानक जग जाने मिथ्या धन नानक जग जाने मिथ्या देहो राम सरनाए साधो रचना गोविंदा
ऊंच अपार बेअंत स्वामी कौन जाने गुण तेरे गावत उधरे ਜਿਹੜਾ ਗੁਰਬਾਣੀ ਪੜ੍ਹਦਾ ਹੈ ਉਹਦਾ ਵੀ ਭਲਾ ਹੋ ਜਾਂਦਾ ਹੈ ਤੇ ਜਿਹੜਾ ਗੁਰਬਾਣੀ ਸੁਣਦਾ ਹੈ ਜੇ ਸੁਣ ਲਵੇ ਤੇ ਗਾਵਤ ਉਧਰੇ ਸੁਣ ਤਵੇ ਉਧਰੇ ਬਿਨ ਸੇ ਪਾਪ ਕਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੈ ਕੇ ਸੰਗਤਾਂ ਨੂੰ ਨਾਲ ਰਮਦਾਸ ਦੀ ਧਰਤੀ ਤੇ ਪੁੱਜੇ ਆਣ ਨਮਸਕਾਰ ਕੀਤੀ ਬਾਬਾ ਜੀ ਨੂੰ ਬਾਬਾ ਨੇ ਕੀਤਾ ਦਰਸ਼ਨ ਵਿੱਚ ਬੈਠੇ ਸ੍ਰੀ ਕਹਿੰਦੇ ਨੇ ਮਹਾਰਾਜ ਜੀ ਆ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਤੇ ਆਪ ਬਾਬਾ ਦਾ ਇੰਨਾ ਸਤਿਕਾਰ ਇੰਨਾ ਮਾਣ ਵੱਡਾ ਸਹਿਤ ਨਿਵਾਰ ਕਿਉਂ ਸਰੀਰ ਇਹੋ ਜਿਹੇ ਹੁੰਦੇ ਨੇ ਇੱਕ ਸਾਖੀ ਵਿੱਚ ਬਚਨ ਹੁੰਦਾ ਹੈ ਕਿ ਜੋ ਮੈਂ ਸਤਿਕਾਰ ਜੋ ਮਾਤਾ ਗੰਗਾ ਜੀ ਨੇ ਚੋਲਾ ਛੱਡਿਆ ਚੋਲਾ ਛੱਡਣ ਤੋਂ ਪਹਿਲਾਂ ਮਾਤਾ ਗੰਗਾ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਚਨ ਕੀਤਾ ਹੋਇਆ ਹੈ ਕਿ ਲਾਲ ਜੀ ਜੋ ਅਸੀਂ ਇਹ ਸਰੀਰ ਤਿਆਗਾਂਗੇ ਆਖਰੀ ਸਾਡੀ ਦੇਹ ਦਾ ਸੰਸਕਾਰ ਨਹੀਂ ਕਰਨਾ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ ਆਖਿਆ ਮਾਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਚਨ ਕਰਦੇ ਮਾਂ ਜੀ ਫਿਰ ਕੀ ਹੁਕਮ ਹੈ ਕਹਿੰਦੇ ਜਿਵੇਂ ਵੇਖੋ ਮਾਂ ਤੇ ਪੁੱਤਰ ਦਾ ਨਾਤਾ ਗੁਰੂ ਪੁੱਤਰ ਜਗਤ ਮਾਤਾ ਮਾਤਾ ਗੰਗਾ ਜੀ ਬਚਨ ਕਰਦੇ ਨੇ ਪਾ ਮਾਤਾ ਜੀ ਕੀ ਹੁਕਮ ਹੈ ਜੇ ਸੰਸਕਾਰ ਨਹੀਂ ਕਰਨਾ ਅਗਰ ਭੇਟ ਜਿਹੜੀ ਨਹੀਂ ਕਰਨਾ ਤੇ ਫਿਰ ਕਰਨਾ ਕੀ ਹੈ ਕਹਿੰਦੇ ਸਵਾਸੇ ਹੋਣ ਤੋਂ ਬਾਅਦ ਪੂਰੇ ਹੋਣ ਤੋਂ ਬਾਅਦ ਜਿਵੇਂ ਆਪ ਦੇ ਪਿਤਾ ਜੀ ਸਤਿਕਾਰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀਆਂ ਲੋਹਾਂ ਤੋਂ ਬੈਠਣ ਤੋਂ ਬਾਅਦ ਉਬਲਦੀਆਂ ਦੇਗ ਵਿੱਚ ਉਬਾਲੇ ਖਾਣ ਤੋਂ ਬਾਅਦ ਕੇਸਾਂ ਤੱਤੀ ਰੇਤਾ ਪਵਾਉਣ ਤੋਂ ਬਾਅਦ ਦਰਿਆ ਰਾਵੀ ਦੇ ਵਿੱਚ ਜਾ ਕੇ ਇਸ਼ਨਾਨ ਕਰਨ ਵਾਸਤੇ ਬਹਾਨੇ ਨਾਲ ਪਹੁੰਚੇ ਨੇ ਨਿਰਸਦੇ ਜਲ ਦੀ ਭੇਟਾ ਆਪਣਾ ਸਰੀਰ ਕੀਤਾ ਹੈ ਬੈਨ ਇਸੇ ਤਰ੍ਹਾਂ ਲਾਜੀ ਸਾਡੀ ਦੇਹ ਦਾ ਸੰਸਕਾਰ ਨਹੀਂ ਕਰਨਾ ਸਾਡੀ ਦੇਹ ਦਾ ਸੰਸਕਾਰ ਨਹੀਂ ਕਰਨਾ ਜਲ ਭੇਟਾ ਦਰਿਆ ਵਿਆਹ 'ਚ ਕਰਨਾ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਮਣੇ ਹੱਥ ਜੋੜ ਕੇ ਮੰਗ ਰੱਖਦੇ ਨੇ ਸਤਿਗੁਰੂ ਕਿਰਪਾ ਕਰੋ ਮੈਂ ਮੰਨਦਾ ਕਿ 113 ਸਾਲ ਤੁਹਾਡੇ ਘਰ ਵਿੱਚ ਰਹਿ ਕੇ ਸੇਵਾ ਦਾ ਸਮਾਂ ਬਖਸ਼ਿਸ਼ ਹੋਇਆ ਫਿਰ ਮੈਂ ਜੀ ਆ ਨਾ ਹੋ ਸਕਦਾ ਕਿ ਮੈਨੂੰ ਭੁੱਲ ਹੋ ਗਈ ਹੋਵੇ ਤੇ ਇੱਕ ਵਾਰੀ ਸੰਗਤ ਭਰੀ ਵਿੱਚ ਕਹਿ ਦਿਓ ਸਤਿਗੁਰੂ ਮੈਨੂੰ ਮਾਫ ਕਰ ਦਿਓ ਇਸ ਸੰਸਾਰ ਵਿੱਚ ਵਿਚਰਦੇ ਹਾਂ ਇਹ ਸੰਸਾਰ ਦੀ ਯਾਤਰਾ ਕਰਦੇ ਹਾਂ ਜੀ ਦੇ ਕੋ ਭੁੱਲਾਂ ਹੁੰਦੀਆਂ ਨੇ ਭਰੀ ਸੰਗਤ ਦੇ ਸਤਿਗੁਰੂ ਕਹਿ ਦਿਓ ਕਿ ਬਾਬਾ ਬੁੱਢਿਆ ਜਾ ਤੈਨੂੰ ਮਾਫ ਕੀਤਾ ਬਾਬਾ ਬੁੱਢਿਆ ਜਾ ਤੈਨੂੰ ਮਾਫ ਕੀਤਾ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਕਿਵੇਂ ਕਹਿ ਦਈਏ ਕਿਉਂ ਨਹੀਂ ਕਹਿਣਾ ਕਿਉਂ ਨਹੀਂ ਕਹਿਣਾ ਤੇ ਸਤ ਬਾਬਾ ਬੁੱਢਾ ਸਾਹਿਬ ਨੇ ਬਚਨ ਕੀਤਾ ਛੇਵੇਂ ਪਾਤਸ਼ਾਹ ਕਹਿੰਦੇ ਨੇ ਬਾਬਾ ਜੀ ਨਹੀਂ ਕਵਾਂਗੇ ਕਿਉਂਕਿ ਤੁਹਾਡੇ ਬਚਨ ਕਰਨ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿ ਰਹੇ ਨੇ ਬਾਬਾ ਜੀ ਤੁਹਾਡੇ ਬਚਨ ਕਰਨ ਕਰਕੇ ਤੇ ਸਾਡਾ ਜਨਮ ਹੋਇਆ ਦੇਖੋ ਆਪ ਜੀ ਹੁਣੇ ਸਰਵ ਕੀਤਾ ਨਾ ਕਿ ਉਹ ਮਾਂ ਜਿਹਨੇ ਬਾਬਾ ਬੁੱਢਾ ਸਾਹਿਬ ਕੋਲ ਨੰਗੇ ਪੈਰੀ ਤੁਰ ਕੇ ਪੁੱਤਰ ਦੀ ਪ੍ਰਾਪਤੀ ਵਾਸਤੇ ਕਿਹੋ ਜਿਹਾ ਸਮਾਂ ਆਪਣੇ ਸਿਰ ਤੇ ਕੱਢਿਆ ਪਰ ਅੱਜ ਉਹ ਬਚਨ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨਾਲ ਕਰਦੇ ਨੇ ਤੇ ਬਾਬਾ ਜੀ ਮਾਂ ਨੇ ਤੁਹਾਡੇ ਅੱਗੇ ਹੱਥ ਜੋੜੇ ਤੁਹਾਡੀ ਸੇਵਾ ਵਿੱਚ ਜਾ ਕੇ ਤੁਹਾਡੀ ਖੁਸ਼ੀ ਲਈ ਤੁਹਾਨੂੰ ਜਲਪਣੀ ਨਾਲ ਹੱਥਾਂ ਦੇ ਨਾਲ ਸੇਵਾ ਕੀਤੀ ਤੇ ਅਸੀਂ ਕਿਵੇਂ ਕਹਿ ਦਈਏ ਤੁਹਾਡੇ ਬਚਨ ਨਾਲ ਸਾਡਾ ਜਨਮ ਹੋਇਆ ਹੋਵੇ ਤੇ ਅਸੀਂ ਕਿਵੇਂ ਕਹਿ ਦਈਏ ਤੇ ਸਤਿਗੁਰੂ
माफ कर दे। पातशाह कहते नहीं, बाबा बुढ़ा सिंह पातशाह मैनू माफ कर दिओ, मैनू माफ कर दिओ। शहंशाह ठीक है, तुसी अपने सिख नूं मान दे रहे हो, पर इस वेले गुरु नानक दी गद्दी दे मालक तुसी हो। जे तुसी ना बख्शोगे तो कौन बख्शेगा। ब्रह्म ज्ञानी बाबा बुढ़ा साहब जी आ बचन करते हैं, गुरु का बचन है, सुनो। तेरा नाम गरीब बनवा, नाम गरीब बनवा, बख्श गुनाहियां नो। तेरे गुण बहुते मैं एक ना जानिया, तेरे गुण बहुते मैं एक ना जानिया। मैं मूर्ख किस दीजा, प्रणवत नानक सुन मेरे सहबा, तो बता कसर लीजे दी बख्श गुनाहियां। पातशाह गुरु हरगोबिंद सिंह बाबा जी ठीक है, बचन पूरा हो जाएगा। एक बचन हुण साहब कहते साडा फिर पूरा कर दिओ। छेवें पातशाह गुरु हरगोबिंद साहब जी महाराज बचन कर लगे कि बाबा जी तुहाडा बचन पूरा कर देंगे, एक बचन साडा भी पूरा करो। हाँ पातशाह की हुक्म है कि बचन ये पूरा कर दिओ। एक कोई लम्बे पे हो, उठ के चौंकड़ा लाओ, चौंकड़ा ला के वड्डियां दी उचारी हुई बाणी पवित्र बाणी श्री जपजी साहब का पाठ सानू सुना दो। छेवें पातशाह गुरु हरगोबिंद साहब महाराज बाबा बुढ़ा साहब ने बचन कर दिया। समा होया जी सिर्फ 5-7 मिनट बाकी है, 12:30 तक जो मिथ्या होया समय, आखिरी समय आखिरी बचन है। सतगुरां बचन किया बाबा जी वड्डियां दी उचारी हुई बाणी पवित्र बाणी श्री जपजी साहब के पाठ की बख्शी करो, सानू सुनाओ। चलो सुनो। छेवें पातशाह गुरु हरगोबिंद साहब महाराज कोल बैठे ने, बाबा बुढ़ा साहब ने चौंकड़ा मारिया। आप भी सब संगतां जिथे जिथे बैठे हो टका के मन लो, सत्कार जो माता जी बीबी जी बीबी दिलजीत कौर के स्नेहित प्यारिओ आप पंक्तियां जरूर पढ़ियो। कोई रसनाबाजी में उधार होता है गुरबाणी पढ़ना, जे प्रसाए बाणी पढ़ी जाओ भी भला, जोड़ा बाणी पढ़ लेंदा ओदा भी भला हो जाए। की बाणी का की बख्श करते हैं, सतगुरु कृपा करते हैं बचनकारी सन। बाबा ने चौंकड़ा लाया, रसना तो बाणी शुरू की। एक ओंकार सतनाम करता पुरख निर्भव निर्वैर अकाल मूर्ख अजूनी सहम गुर प्रसाद जप। आद सच जुगाद सच है भी सच, नानक होसी भी सच। बाबा जी ने आखिरी वचन कह दिता, जिली नाम त्याया, जिली नाम त्याया, गए मसकत काल। नानक ते मुख उजले के दी छुटी ना।
ਤੇ ਨਾਮ ਦੀ ਵਡਿਆਈ ਹੈ, ਸਿਮਰਨ ਦੀ ਵਡਿਆਈ ਹੈ, ਬਾਣੀ ਦੀ ਵਡਿਆਈ ਹੈ। ਅਸੀਂ ਬਾਣੀ ਨਾਲ ਨਹੀਂ ਜੁੜਦੇ, ਅਸੀਂ ਬਾਣੀ ਨਾਲ ਨਹੀਂ ਜੁੜਦੇ, ਅਸੀਂ ਨਾਮ ਨਾਲ ਨਹੀਂ ਜੁੜਦੇ, ਇਹ ਤੋਂ ਦੂਰ ਹੈ। ਬਾਬਾ ਕਹਿੰਦੇ ਇਹ ਦੂਰ ਰਹਿਣ ਦਾ ਸੁੱਖ ਨਹੀਂ ਬਣਦਾ। ਮੌਤ ਦੇ ਟਲ ਵੈ ਮਰਨਾ ਦੇ ਸੱਚ ਵੈ, ਨਾਨਕ ਹਰ ਗੁਣ ਗਾਏ ਲੈ। ਉਹ ਮੂਰਖਾਂ ਦੇ ਸਤਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਣਾ ਤੇ ਗੁਰੂ का बचन ही मन के देखना, गुरु के बचन में कितनी ताकत है। जिनी नाम ध्याया, जिन जिन नाम ध्याया, तिनके काज सरे, हर गुण पूरा आराध्या, दर के सच खड़े। ये दर के वे प्यारो दरगाह च लिखा नहीं होएगा। रे रे दरगाह कहे न को, आओ बैठ आदर बाणी ना जुड़ो, मौत टल जे। राणा राव ना कोर है, रंग न तुम फकीर, बारी आपो अपनी होए ना बंदा तीर। जेहा चीज लिखिया ते हुक्म कमाए, कल्ले आवे नानका सदै उठी जाए। मौत टल है भाई। बेनती बाबा जी ने बाणी का शब्द उच्चारण संपूर्ण किया, नित ने बाणी पढ़ी। श्री जपजी साहब के संपूर्ण होने तो बाद बाबा जी स्वाद जी संपूर्ण सूरज किरण मिली, जल का जल हुआ राम, ज्योति ज्योत रली, संपूर्ण थिया राम। पवने में पवन समाया, ज्योति में ज्योत। ब्रह्म ज्ञानी सशिष्टा करता, ब्रह्म ज्ञानी साध भावे दे करके विच नहीं, पर ऐसले जिन्ना सत्कार गुरु नानक की गद्दी के मालक, गुरु नानक बनने वाले गुरु नानक लाल सिखां दे प्यारे बाबा बुढ़ा साहब का सत्कार होंदा है। होवे क्यों ना भाई। बाबा ने बचन ही इन्ने, बाबा छेवें पातशाह बचन इतना करते हैं कि बाबा बुढ़ा साहब का इन्ना मान। बुजुर्ग अवस्था बीट साहब रह रहे, अमृत उठना ते बाद दर्शन करने वास्ते पवित्र धरती श्री हरमंदर साहब बाबा बुढ़ा साहब ने आना। श्यामल पता लग के बाबा बुढ़ा साहब तुर के बीर साहब पहुंचते रहे। एक दिन संगतां ने बचन किया, बाबा बुढ़ा साहब जो विमान को बनाओ, एक विमान चलाया तैयार किया, उस विमान में बिठा के लिया, मत्था टेकन बाबा जी विमान में छड़ के आना। इस विमान में बैठे ने तो फिर साल उस विमान में एक पास कंधा छेवें पातशाह ने आप ही दे दिता। वो पालकी सजी हुई दे बाबा बुढ़ा साहब बैठ गए तो छेवें पातशाह ने एक पास कंधा दिता, जिस पासे छेवें पातशाह गुरु हरगोबिंद साहब ने मोढा दे कंधा दे रहे, उस पासों पालकी उची हो गई। बाबा बुढ़ा साहब पलका चुक के वेख्या तो सतगुरु हरगोबिंद साहब जी महाराज कंधा दे रहे। आखे पातशाह ये की कर रहे हो, एक पासे मोढा पिछे हो जाओ, जे नहीं हटोगे क्योंकि मैं तुहाडे बचन करके पालकी में बैठा होया, इस करके मैं बेनती करा कंधा ना दिओ, मेहर करो मेरे उत्ते, जे नहीं तो फिर मैं विचों बादशाह ही मादा। इन्ना सत्कार बाबा बुढ़ा साहब का गुरु नानक की संगत में, इन्ना सत्कार गुरु नानक के घर में। बेनती स्वासे पूरे हुए अपने हथी छेवें पातशाह गुरु हरगोबिंद साहब महाराज जी ने साथ संग विमान सजा करके विमान में साथ में बाबा बुढ़ा साहब लैके तुर लगे। जोड़ा घर वाला शहर वाला गुरुद्वारा उतों लैके समाधा वाले पासे गुरुद्वारा साहब जा रहे हैं। अज कह रहे अज पढ़ो भाई, गुरमुख जन्म सवार दरगे चलिया, सच्ची दरगे जाए सच्चा पिण मलिया। प्यारे ये गुरमुखा की निशानी, ये निशानी गुरमुखा की है प्यारे। ते गुरु कृपा करे बाबा बुढ़ा साहब जी और पहला बचन चल रहा सी कि भाई हुक्म निरंकार परमेश्वर का जो आया सो चल सी, सब को आई वारी है। सत्कार जो साढ़े माता जी बीबी बलजीत कौर जी इस संसार विचों परिवार विचों रिश्तेदारां विचों स्वासां की पूंजी ने संपूर्ण करके जो प्यारो परमेश्वर के चरणों च जा बराजे ने, उन्होंने दिन में यो अरदास करियो जिवें साधु जी बचन करते हैं, सुखी वसे मोरो परवारा, सेवक सिख सभी करतारा, चढ़दियां कला। धन्यवाद है धन श्री गुरु ग्रंथ साहिब महाराज जी का ते साडे वड्डे भाजी इंस्पैक्टर साहब सरदार सुरिंदर सिंह कालों जी, जिन्होंने प्यारो अपनी माता जी की याद में चौथे साल बख्शिश ली है। सतगुरु परिवार वास्ते सतगुरु कृपा करियो।
ਇੰਨੀਆਂ ਬੇਨਤੀਆਂ ਪ੍ਰਵਾਨ। ਆ ਹੁਣ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਆਈ ਹੈ। 6 ਪੌੜੀਆਂ ਦਾ ਜਾਪ ਆਪਾ ਹੋ ਕਰਕੇ ਜਿਨ ਆਨੰਦ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਹੋਵੇਗੀ। बड़े प्यार न सब सन का कीर्तन की समाप्ति की अरदास हो रही है। आओ करो रसना पुत्र गज के आखो जी नानक नाम चढ़दी कला तेरे भाने सरबत दा भला सरबत दा राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर पाया सहज से मन मदिया वधाया सागर कण परवार परिया शब्द गावण आया शब्द बोला गाओ हरि तेरा मन जीव साया कह नानक आनंद हुआ सतगुरु मैं पाया हे मन मेरे दुख सम विसारना अंगीकारो करे तेरा दास वापस मारना नागला समरत स्वामी सो मनो सारे मेरे सदारो हरनाए आते सहबा क्या नहीं कहते काता तेरा दर्द शहर सके तो तेरी मन सच्चे क्या नहीं कहते नाम मिलाया आज नाम मेरा भुखा सब गवाया सात सुखमन लाया तेरा सब गवाया गुरबानी बाबुल में तो दीजिए मटियारियां आजे पंच शब्द तास बागे शब्द बागे बलादन करवारिया पंच तोर बदवास पार कर करवारिया और धारा पाया तो दिल को नाम हर करा
ਜੀਆ ਲਾਇ ਧਿਆਨ ਦੇ ਮਹਾਵਾਕਾਂ ਅਨੁਸਾਰ ਕੀਰਤਨ ਹੋਇਆ ਮਹਾਰਾਜ ਜੀ। ਇਸ ਬਾਣੀ ਦਾ ਮਹੱਤਮ ਉਸ ਵਿਛੜੀ ਨੂੰ ਪਹੁੰਚਾਉਣਾ ਤੇ ਵਿਛੜੀ ਨੂੰ ਆਪਣੇ ਚਰਨਾਂ ਵਿੱਚ ਆਪਣੀ ਸਖਤ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਬੱਚਿਆਂ ਸਿਰ ਤੇ ਮੇਰ ਪਰ ਰੱਖਣਾ। ਮਹਾਰਾਜ ਕਿਰਪਾ ਕੇ ਪਾਤਸ਼ਾਹ ਜੀ ਭਾਣਾ ਮਣੀ ਤਾਜ ਤੇ ਪਾਲ ਬੁੱਧ ਬਖਸ਼ਣੀ, ਇਕੱਠੀਆਂ ਬਸੀ ਰਿਹਾਲ ਕਰਨਾ, ਪਰਿਵਾਰ ਵਿੱਚ ਪਿਆਰ ਮੁਹੱਬਤ ਦਾ ਬਖਸ਼ਣਾ, ਦੁੱਖਾਂ ਦੇ ਰਸ ਕਰਨੇ ਸੁੱਖਾਂ ਦੇ ਭੇਸ ਕਰਨੇ। ਮਹਾਰਾਜ ਜੀਓ ਦਾਤਾ ਦਾਤਾ ਇੱਕ ਹੈ, ਸਭ ਤੋਂ ਦੇਵਨਹਾਰ ਦੇਵਦਿਆਂ ਪਰੇ ਭੰਡਾਰ। ਆਪ ਜੀ ਦੇ ਬਖਸ਼ਿਆ ਭੰਡਾਰੇ ਵਿੱਚ ਅੰਮ੍ਰਿਤਮਈ ਕੜਾਹ ਦਾ ਦੇਖ ਸਕ ਕੇ ਹਾਜ਼ਰਾ ਮਹਾਰਾਜ ਜੀ, ਔਰ ਲੰਗਰ ਭੰਡਾਰੇ ਸਕ ਕੇ ਹਾਜ਼ਰ ਮਹਾਰਾਜ ਜੀ। ਆਪ ਜੀ ਦੇ ਦਰ ਪ੍ਰਵਾਨ ਹੋਣ, ਪ੍ਰਵਾਨ ਹੋਇਆ ਪ੍ਰਸਾਦ ਪਿਆਰੀ ਸਾਧ ਸਤਿਵਰਤਾਂ ਦੀ ਆਗਿਆ ਬਖਸ਼ਣੀ। ਜੋ ਜੋ ਛਕੇ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ। ਆਈਆਂ ਹੋਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤੇਲ ਪਰ ਮੱਥਾ ਟੇਕਿਆ ਪ੍ਰਵਾਨ ਕਰਨਾ, ਖੁਸ਼ੀਆਂ ਕਰੇ ਬੱਚੇ ਨਿਹਾਲ ਨਿਹਾਲ ਕਰਨਾ ਮਹਾਰਾਜ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰੋ ਕਿਰਪਾ ਕਰੋ ਦਿਆ, ਕੋਈ ਧੋਖੇ ਨਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥ ਬਖਸ਼ਣੀ। ਆਪ ਜੀ ਦਰ ਤੇ ਜਿਉ ਜੀ ਆਵੈ ਸੋ ਰਾਜੀ ਜਾਵੈ, ਸੁਖ ਹੋਵੈ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾਈ ਭਲਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਨਪ ਕਸੁ ਨ ਆਵੈ। ਹਮ ਬਾਰਕ ਕਉ ਸਰਨਾਈ, ਪ੍ਰਭ ਆਪੇ ਪੈਜ ਰਖਾਈ। ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਨਪ ਕਸੁ ਨ ਆਵੈ। ਹਮ ਬਾਰਕ ਕਉ ਸਰਨਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਭ ਪਾਲਨ ਲਾਗਾ। ਕਰੀ ਤੇਰਾ ਕਰਾਇਆ ਰਹਾਉ, ਜੀ ਜੰਤ ਤੇਰੇ ਧਾਰੇ। ਪ੍ਰਭ ਡੋਰੇ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ। ਨਾਨਕ ਦਾਸ ਤੇਰੀ ਸਰਨਾ, ਜੀ ਜੰਤ ਤੇਰੇ ਧਾਰੇ। ਪ੍ਰਭ ਡੋਰੇ ਹਾਥ ਤੁਮਾਰੇ, ਜੇ ਕਰਾਵੈ ਸੋ ਕਰਨਾ। ਨਾਨਕ ਦਾਸ ਤੇਰੀ ਸਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਨਿਵਾਜੀ ਪਿਆਰੀ ਸਾਧ ਸੰਗਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸਾਡੇ ਸੱਦੇ 'ਤੇ ਅੱਜ ਬੀਬੀ ਦੀ ਚੌਥੀ ਬਰਸੀ ਹੈ, ਤੁਸੀਂ ਇੱਥੇ ਆਏ ਹੋ। ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਹਨੇ ਸਾਨੂੰ ਏਡੇ ਵਧੀਆ ਦਾਦੀ ਜੀ ਦਿੱਤੇ। ਇਹਨਾਂ ਨੇ ਮੈਨੂੰ ਬੋਲਣਾ ਸਿਖਾਇਆ, ਮੇਰੇ ਸ਼ਬਦ ਉਹਨਾਂ ਨੇ ਕਲੀਅਰ ਕੀਤੇ। ਮੈਂ ਉਹਨਾਂ ਨੂੰ ਜਦੋਂ ਵੀ ਯਾਦ ਕਰਦਾ, ਮੇਰਾ ਦਿਲ ਹਿੱਲ ਜਾਂਦਾ। ਜਦੋਂ ਮੈਂ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰਦਾ, ਜੋ ਉਹਨਾਂ ਨੇ ਦੁੱਖ ਸਹਾਏ ਨੇ। ਤੇ ਬਹੁਤ ਹੌਸਲੇ ਵਾਲੇ ਤੇ ਬੜੇ ਦਲੇਰ ਸਨ ਉਹ। ਜਦੋਂ ਉਹਨਾਂ ਦਾ ਆਖਰੀ ਸਮਾਂ ਸੀ, ਡਾਕਟਰ ਉਹਨਾਂ ਨੂੰ ਕੁਝ ਖਾਣ ਲਈ ਆਪਣੇ ਹੱਥੀਂ, ਜਦੋਂ ਨਰਸਾਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੀਆਂ, ਉਹਨਾਂ ਨੇ ਉਦੋਂ ਵੀ ਮਨਾ ਕੀਤਾ। ਕਹਿੰਦੇ ਵੀ ਜਿੰਨੀ ਦੇਰ ਤੱਕ ਮੇਰੇ ਹੱਥ ਚੱਲਦੇ ਨੇ, ਉਨੀ ਦੇਰ ਤੱਕ ਮੈਂ ਆਪਣੇ ਮੂੰਹ ਦੇ ਵਿੱਚ ਨਵਾਲਾ ਆ ਪਾਵਾਂਗੀ। ਤੇ ਆਖਰੀ ਸਮੇਂ 'ਤੇ ਜਦੋਂ ਬੈੱਡ 'ਤੇ ਸਨ ਅੰਮ੍ਰਿਤਸਰ ਹਸਪੀਟਲ 'ਚ, ਤੇ ਮੈਂ ਉਹਨਾਂ ਨੂੰ ਮਿਲਣ ਗਿਆ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ। ਤੇ ਮੈਂ ਉਹਨਾਂ ਨੂੰ ਦੱਸਿਆ ਕਿ ਵੀ ਜੀ ਤੁਸੀਂ ਮੈਨੂੰ ਛੋਟੇ ਹੁੰਦਿਆਂ ਨੂੰ ਕਿੱਦਾਂ ਜਿਹੜਾ ਫਰੂਟ ਹੁੰਦਾ ਸੀ, ਜਦੋਂ ਮੈਂ ਖਾ ਨਹੀਂ ਸਕਦਾ, ਮੇਰੇ ਦੰਦ ਨਹੀਂ ਸੀ ਹੁੰਦੇ, ਤੇ ਉਹ ਆਪਣੀ ਚੁੰਨੀ ਦੇ ਨਾਲ ਉਹਨੂੰ ਚਬਾ ਕੇ ਤੇ ਮੈਨੂੰ ਦਿੰਦੇ ਸੀ।
ਤੇ ਮੈਨੂੰ ਇਹ ਬਾਜ਼ਾਰ ਦੇ ਵਿੱਚ ਉਹਨਾਂ ਨੇ ਇੱਥੇ ਆਪਣੇ ਮੋਢਿਆਂ ਤੇ ਮੈਨੂੰ ਚੁੱਕ ਕੇ ਇਹ ਸਾਰਾ ਬਾਜ਼ਾਰ ਘੁਮਾਇਆ, ਕਲਾਨੌਰ ਸਾਰਾ ਉਹਨਾਂ ਨੇ ਆਪਣੇ ਮੋਢਿਆਂ ਤੇ ਘੁਮਾਇਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਉਹਨਾਂ ਨੇ ਇੱਕ ਕਵਿਤਾ ਲਿਖਵਾਈ ਹੈ, ਉਹ ਮੈਂ ਰਿਕਾਰਡ ਵੀ ਕਰਾਈ ਹੈ। ਮੈਂ ਚਾਹੁੰਦਾ ਵਾਂ ਕਿ ਤੁਸੀਂ ਉਹ ਸੁਣੋ। ਉਹ ਕਵਿਤਾ ਉਹਨਾਂ ਲਈ ਹੈ। जब भी मैं से आके तेरी गोदी चढ़ता हाय पानी जा लग जाता मेरिया अखियां नू मैं दादी तेरिया लाडा नू जद चेते करदा हाय पानी जा लग जाता मेरिया अखियां नू मैं दादी तेरिया लाडा नू जद चेते करदा सच्ची कलमा वाला सी किसे कोल ना जुट मैं दो दो मामा वाला सी इस दुनिया ते मैं सच्ची कलमा वाला सी किसे कोल ना जुट मैं दो दो मामा वाला सी मैनू सिखरा वल नू जांदे राही दसे तू मैं भज के आके जग दी तेरी उंगल फड़दा हाय पानी जा लग जांदा मेरिया अखियां नू मैं दादी तेरिया लाडा नू जद चेते करदा हाय पानी जा लग जांदा मेरिया अखियां नू मैं दादी तेरिया लाडा नू जद चेते करदा हाय चुन्नी दे लड़पन रखिया कर सारा सी सानू सारियां नू तेरा रब तो वध सहारा सी हाय चुन्नी दे लड़पन रखिया कर सारा सी सानू सारियां नू तेरा रब तो वध सहारा सी तेनू खो के लग्या हीरा ज्यों कोई गुम होया मेरा कदे कदे है इस गलों बस सीना सड़दा हाय पानी जा लग जांदा मेरिया अखियां नू मैं दादी तेरिया लाडा नू जद चेते करदा हाय पानी जा लग जांदा मेरिया अखियां नू मैं दादी तेरिया लाडा नू जद चेते करदा हाय पानी जा लग जांदा मेरिया अखियां नू मैं दादी तेरिया लाडा नू जद चेते करदा हाय पानी जा लग जांदा मेरिया अखियां नू मैं दादी तेरिया लाडा नू जद चेते करदा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਆਏ ਤੇ ਚੌਥੀ ਬਰਸੀ ਵਿੱਚ ਤੁਸੀਂ ਆ ਕੇ ਹਾਜ਼ਰ ਹੋਏ ਤੇ ਉਹਨਾਂ ਦੀ ਅਰਦਾਸ ਵਿੱਚ ਹਾਜ਼ਰ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਗਪਰਮ ਉਰਫ ਪੰਪਾ ਜੀ ਕਹਿੰਦੇ ਮੈਨੂੰ। ਤੇ ਅੱਜ ਜਿਹੜਾ ਤੁਸੀਂ ਦੇਖ ਰਹੇ ਸੀ ਪ੍ਰੋਗਰਾਮ, ਇਹ ਮੇਰੇ ਦਾਦੀ ਜੀ ਦੀ ਚੌਥੀ ਬਰਸੀ ਸੀ। ਮੇਰੇ ਦਾਦੀ ਜੀ ਦਾ ਨਾਮ ਬਲਜੀਤ ਕੌਰ ਸੀ ਤੇ ਬਹੁਤ ਹੀ ਵਧੀਆ ਇਨਸਾਨ ਸਨ। ਬਹੁਤ ਦਬਦਬਾ ਰੱਖਣ ਵਾਲੇ ਇਨਸਾਨ ਸਨ। ਉਹਨਾਂ ਦੇ ਹੁੰਦਿਆਂ ਸਾਡੇ ਘਰ ਦੇ ਵਿੱਚ ਕੋਈ ਸਾਡੇ ਵੱਲ ਵੇਖ ਨਹੀਂ ਸਕਦਾ, ਕੋਈ ਨੁਕਸਾਨ ਕਰਨ ਬਾਰੇ ਸੋਚਣ ਬਾਰੇ ਹੋਵੇ ਕੋਈ, ਜਾਂ ਹਰ ਕੋਈ ਉਹਨਾਂ ਤੋਂ ਮਤਲਬ ਗਲੀ ਮਹੱਲਾ ਵੀ ਉਹਨਾਂ ਤੋਂ ਮਤਲਬ ਇਹੀ ਕਿ ਉਹਨਾਂ ਨੂੰ ਡਰ ਹੁੰਦਾ ਸੀ ਉਹਨਾਂ ਦੇ ਵਿੱਚ ਕਿ ਵੀ ਇਹ ਬੀਜੀ ਬੈਠੇ ਨੇ, ਇਹ ਇਹਨਾਂ ਨਾਲ ਗੱਲ ਕਰਨੀ ਆ, ਬੜੇ ਧਿਆਨ ਨਾਲ ਕਰਨੀ ਪੈਂਦੀ ਸਾਨੂੰ ਉਹਨਾਂ ਗੱਲ। ਅਤੇ ਮੈਨੂੰ ਜੋ ਵੀ ਉਹਨਾਂ ਨੇ ਵਰਡ ਸਿਖਾਏ ਨੇ ਛੋਟੇ ਹੁੰਦਿਆਂ, ਉਹਨਾਂ ਨੇ ਮੈਨੂੰ ਸਿਖਾਏ ਨੇ। ਜਿਵੇਂ ਮੈਂ ਇੱਕ ਐਗਜ਼ਾਮਪਲ ਦੇਣਾ, ਅਮਰੂਦ ਬੋਲਣਾ ਸੀ ਨਾ, ਅਮਰੂਦ ਬੋਲਣ ਵੇਲੇ ਜਦੋਂ ਅਮਰੂਦ ਨਹੀਂ ਬੋਲਿਆ ਜਾਂਦਾ, ਅਮੂਦ ਮੂਦ ਬੋਲਣਾ। ਅੰਮ ਉਹਨਾਂ ਨੇ ਸਿਖਾਇਆ, ਅੰਮ ਰੂ ਵੱਖਰਾ, ਦ ਅਮਰੂਦ, ਇੱਦਾਂ ਬਣਾਉਣੇ ਸ਼ਬਦ, ਅਤੇ ਉਹਨਾਂ ਤੋਂ ਸਿੱਖਿਆ ਮੈਂ। ਅਤੇ ਬਹੁਤ ਉਹਨਾਂ ਨੇ ਦੁੱਖ ਝੱਲੇ, ਬਹੁਤ ਬੱਚਿਆਂ ਨੂੰ ਬਹੁਤ ਤਾਂ ਤੱਕ ਅਫਸਰਾਂ ਤੱਕ ਪਹੁੰਚਾਇਆ। ਇੱਕ ਬੇਟਾ ਉਹਨਾਂ ਦਾ ਸ਼ਹੀਦ ਹੋਇਆ ਅਤੇ ਦੂਸਰਾ ਬੇਟਾ ਇੰਸਪੈਕਟਰ ਇੱਥੇ ਗੁਰਦਾਸਪੁਰ 'ਚ। ਅਤੇ ਕਾਫੀ ਉਹਨਾਂ ਨੇ ਆਪਣੇ 2 ਜਵਾਈ ਗਵਾਏ, ਫਿਰ ਵੀ ਨਹੀਂ ਡੋਲੇ, ਆਖਰੀ ਦਮ ਤੱਕ ਨਹੀਂ ਡੋਲੇ। ਬਹੁਤ ਹੌਸਲੇ ਵਾਲੇ ਸਨ। ਅੱਜ ਚੌਥੀ ਬਰਸੀ ਉਹਨਾਂ ਦੀ। ਅਤੇ ਸਾਨੂੰ ਇਹ ਵੀ ਆ ਕਿ ਸਾਡੇ ਉਹ ਬੀਜੀ, ਸਾਨੂੰ ਇਹ ਚੀਜ਼ ਦਾ ਮਾਣ ਵੀ ਹੈਗਾ। ਮੇਰੇ ਦਾਦੀ ਜੀ ਬੜੇ ਚੰਗੇ ਸਨ ਅਤੇ ਸਾਨੂੰ ਸੰਭਾਲਣ ਵਾਲੇ ਸਨ। ਉਹਨਾਂ ਦੇ ਵਿੱਚ ਇੱਕ ਚੀਜ਼ ਖਾਸ ਸੀ, ਉਹਨਾਂ ਜਦੋਂ ਮੰਨ ਲਓ ਆਪਾਂ ਕਰਦੇ ਹਾਂ, ਮਹਿਸੂਸ ਕਰਦੇ ਹਾਂ ਵੀ ਯਾਰ ਮੈਂ ਡਾਊਨ ਜਾ ਰਿਹਾ ਵਾਂ, ਅਤੇ ਉਹ ਅਪ ਕਰ ਦਿੰਦੇ ਸੀ, ਚੀਜ਼ਾਂ ਦੱਸਦੇ ਸੀ ਵੀ ਤੇਰੇ ਕੋਲ ਆਹ ਚੀਜ਼ ਹੈਗੀ ਆ, ਤੇਰੇ ਕੋਲ ਉਹ ਸਾਰੀਆਂ ਨਿਆਮਤਾਂ ਸੁਣਾ ਦਿੰਦੇ ਸਨ ਵੀ ਤੇਰੇ ਕੋਲ ਚੀਜ਼ਾਂ ਹੈ ਨਹੀਂ, ਤੂੰ ਇਹਨਾਂ ਨਾਲ ਕੰਮ ਕਰ ਸਕਦਾ, ਕੋਈ ਤੂੰ ਇਹ ਦੁਨੀਆ ਜਿੱਤ ਸਕਦਾ ਵਾ। ਅਤੇ ਉਹਨਾਂ ਦੇ ਜਾਣ ਨਾਲ ਬਹੁਤ ਫਰਕ ਪਿਆ। ਹੁਣ ਵੀ ਜਦੋਂ ਉਹਨਾਂ ਨੂੰ ਯਾਦ ਕਰੀਦਾ ਵਾ, ਫਿਰ ਤਾਂ ਸਾਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜਦੋਂ ਉਹਨਾਂ ਦੀਆਂ ਗੱਲਾਂ ਛੋਹ ਲਈਦੀਆਂ। ਕੀ ਕਰ ਸਕਦੇ, ਕੁਛ ਨਹੀਂ ਕਰ ਸਕਦੇ। ਜਿਹਨੇ ਜਾਣਾ ਉਹਨੇ ਚਲੇ ਜਾਣਾ, ਮੈਂ ਚਲੇ ਜਾਣਾ, ਇਸ ਦੁਨੀਆ ਨੇ ਸਾਰਿਆਂ ਨੇ ਚਲੇ ਜਾਣਾ, ਨਵਿਆਂ ਨੇ ਆਈ ਜਾਣਾ। ਇਹੀ ਕਿਸਮਤ ਦਾ ਦਸਤੂਰ ਹੈ, ਇਹੀ ਕਿਸਮਤ ਹੈ। ਆਖਰ 'ਚ ਕੀ ਕਹਿਣਾ ਚਾਹੁੰਦੇ? ਆਖਰ 'ਤੇ ਇਹ ਗੱਲ ਕਹਿਣਾ ਚਾਹੁੰਦਾ ਵਾਂ ਵੀ ਜਿੰਨਾ ਚਿਰ ਵੀ ਸਾਡੇ ਬਜ਼ੁਰਗ ਸਾਡੇ ਕੋਲ ਨੇ, ਬਜ਼ੁਰਗ ਵੀ ਸਿਆਣੇ ਬਜ਼ੁਰਗ, ਉਹਨਾਂ ਨੂੰ ਆਪਾਂ ਬਜ਼ੁਰਗ ਉਹਨਾਂ ਨੂੰ ਕਹਾਂਗੇ ਜਿਹੜੇ ਸਿਆਣੇ ਹੁੰਦੇ ਨੇ, ਉਹਨਾਂ ਕੋਲ ਚੀਜ਼ਾਂ ਸਿੱਖ ਸਕਦੇ ਆਪਾਂ। ਉਹ ਚੀਜ਼ਾਂ ਨੂੰ ਸਿਖਾਉਂਦੇ ਨੇ ਵੀ ਆਹ ਚੀਜ਼ਾਂ ਇੱਦਾਂ ਜ਼ਿੰਦਗੀ ਕੱਟਣੀ ਹੈ। ਉਹ ਅੱਜ ਚਲੇ ਗਏ ਨੇ ਪਰ ਹੌਸਲਾ ਦੇ ਕੇ ਗਏ ਨੇ, ਬਹੁਤ ਵੱਡਾ ਹੌਸਲਾ ਸੀ ਉਹਨਾਂ 'ਚ, ਅਤੇ ਬਹੁਤ ਹੌਸਲਾ ਦੇ ਕੇ ਗਏ ਨੇ। ਅਤੇ ਉਸੇ ਹੌਸਲੇ ਸਦਕਾ ਅਸੀਂ ਜ਼ਿੰਦਗੀ ਜੀ ਰਹੇ ਹਾਂ, ਵਧੀਆ ਜ਼ਿੰਦਗੀ।